ਹੈਲੋ ਡੀਅਰ ਸਟੂਡੈਂਟ, ਖੇੜਾ ਮੈਥਸ ਦਾ ਵਿੱਚ ਤੁਹਾਡਾ ਬਹੁਤ ਦਿਨਾਂ ਬਾਅਦ ਵੈਲਕਮ ਹੈ। ਥੋੜਾ ਸੈੱਟ ਨਹੀਂ ਸੀ ਸਿਸਟਮ, ਤਾਂ ਕਰਕੇ ਇੰਨੇ ਦਿਨ ਵੀਡੀਓ ਨਹੀਂ ਆਈ। ਤਾਂ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਮਾਸਟਰ ਕੇਡਰ ਲਈ। ਆਪਾਂ ਟੌਪਿਕ ਸਟਾਰਟ ਕਰਾਂਗੇ ਵੈਕਟਰ। ਠੀਕ ਹੈ, ਵੈਕਟਰ 'ਚ ਦੇਖੋ ਕੀ ਹੈਗਾ, ਵੈਕਟਰ ਚੋਂ 3 ਤੋਂ 4 ਮਾਰਕਸ ਦਾ ਕੰਮ ਆਉਂਦਾ ਹੈ ਤੇ ਆਪਾਂ 1 ਤੋਂ 2 ਵੀਡੀਓ ਦੇ ਵਿੱਚ ਇਹ ਕੰਪਲੀਟ ਵੈਕਟਰ ਕਰ ਦਾਂਗੇ। ਠੀਕ ਹੈ, ਹੁਣ ਰੈਗੂਲਰ ਵੀਡੀਓ ਤੁਹਾਨੂੰ ਮਿਲਣਗੀਆਂ। ਠੀਕ ਹੈ, ਥੋੜੀਆਂ ਜਿਹੀਆਂ ਪ੍ਰੋਬਲਮ ਸੀ ਕੋਈ, ਤਾਂ ਜਿਹਦੇ ਕਰਕੇ ਵੀਡੀਓਜ਼ ਨਹੀਂ ਬਣਾ ਪਾਇਆ, ਤਾਂ ਹੁਣ ਰੈਗੂਲਰ ਮਿਲਣਗੀਆਂ। ਠੀਕ ਹੈ, ਤਾਂ ਆਓ ਆਪਾਂ ਵੈਕਟਰ ਸਟਾਰਟ ਕਰਦੇ ਹਾਂ, ਟਾਈਮ ਵੇਸਟ ਨਹੀਂ ਕਰਦੇ। ਔਰ ਆ ਜੋ ਵੀ ਵੈਕਟਰ ਦੇ ਵਿੱਚ ਜਦੋਂ ਵੀ ਆਪਾਂ ਵੈਕਟਰ ਪੜ੍ਹਦੇ ਹਾਂ, ਸਾਡੇ ਕੋਲ ਕੀ ਹੁੰਦਾ ਹੈ, 2 ਤਰ੍ਹਾਂ ਦੀਆਂ ਟਰਮਸ ਪਹਿਲਾਂ ਵੇਖਣ ਨੂੰ ਮਿਲਦੀਆਂ ਨੇ। ਠੀਕ ਹੈ, ਕਿਹੜੀਆਂ ਟਰਮਸ? ਸਕੇਲਰ ਐਂਡ ਵੈਕਟਰ। ਸਕੇਲਰ ਐਂਡ ਵੈਕਟਰ ਹੁੰਦਾ ਕੀ ਹੈ? ਠੀਕ ਹੈ, ਸਕੇਲਰ ਕੁਆਂਟੀਟੀ ਐਂਡ ਵੈਕਟਰ ਕੁਆਂਟੀਟੀ। ਤਾਂ ਸਕੇਲਰ ਕੁਆਂਟੀਟੀ ਕਿਹੜੀ ਹੁੰਦੀ ਹੈ ਤੇ ਵੈਕਟਰ ਕੁਆਂਟੀਟੀ ਕਿਹੜੀ ਹੁੰਦੀ ਹੈ, ਇਹਨਾਂ ਦਾ ਡਿਫਰੈਂਸ ਪਹਿਲਾਂ ਸਾਨੂੰ ਪਤਾ ਲੱਗਣਾ ਚਾਹੀਦਾ ਹੈ। ਠੀਕ ਹੈ, ਸਕੇਲਰ ਕੁਆਂਟੀਟੀ ਕਿਹੜੀ ਹੈ? ਕਹਿੰਦੇ ਆ ਫਿਜ਼ੀਕਲ ਕੁਆਂਟੀਟੀ। ਤਾਂ ਦੇਖੋ ਕੀ ਹੈ, ਆ ਫਿਜ਼ੀਕਲ ਕੁਆਂਟੀਟੀ ਹੈਵਿੰਗ ਮੈਗਨੀਟਿਊਡ ਓਨਲੀ, ਐਵੇਂ ਦੀ ਕੁਆਂਟੀਟੀ ਜਿੰਦੇ ਸਿਰਫ ਕੀ ਹੁੰਦਾ ਹੈ, ਮੈਗਨੀਟਿਊਡ, ਐਂਡ ਨੋਟ ਰਿਲੇਟਿਡ ਟੂ ਐਨੀ ਕੁਆਂਟੀਟੀ ਇਨ ਸਪੇਸ। ਤੇ ਉਹ ਜਿਹੜੀ ਕੁਆਂਟੀਟੀ ਹੈ ਉਹ ਸਪੇਸ ਨਾਲ ਰਿਲੇਟਡ ਨਹੀਂ ਹੁੰਦੀ। ਸਪੇਸ ਦਾ ਮਤਲਬ ਕੀ ਹੈ ਕਿ ਕੋਈ ਵੀ ਪੁਆਇੰਟ, ਜਿਵੇਂ ਆਪਣੇ ਕੋਲ 2 ਡਾਈਮੈਂਸ਼ਨਲ ਗ੍ਰਾਫ ਹੈ, ਸਪੇਸ ਦਾ ਮਤਲਬ ਆਪਾਂ ਜਦੋਂ 3 ਡਾਈਮੈਂਸ਼ਨਲ ਚ ਇੱਥੇ ਕੰਮ ਕਰਦੇ, ਕੋਈ ਪੁਆਇੰਟ ਇੱਥੇ ਹੈ, ਤਾਂ ਕਹਿੰਦੇ ਉਹ 3D ਨਾਲ ਰਿਲੇਟਡ ਨਹੀਂ ਹੁੰਦੀ। ਉਹ ਕੁਆਂਟੀਟੀ ਨੂੰ ਕੀ ਕਹਿੰਦੇ ਆ? ਫਿਜ਼ੀਕਲ ਕੁਆਂਟੀਟੀ ਹੈਵਿੰਗ ਓਨਲੀ ਮੈਗਨੀਟਿਊਡ ਇਜ਼ ਕਾਲਡ ਸਕੇਲਰ ਕੁਆਂਟੀਟੀ। ਠੀਕ ਹੈ, ਤਾਂ ਸਕੇਲਰ ਕੁਆਂਟੀਟੀਜ਼ ਕਿਹੜੀਆਂ ਹੁੰਦੀਆਂ ਨੇ? ਠੀਕ ਹੈ, ਸਕੇਲਰ ਦੇ ਨਾਲ ਜਦੋਂ ਵੈਕਟਰ ਕਰਾਂਗੇ ਨਾ, ਤਾਂ ਦੋਨਾਂ 'ਚ ਤੁਹਾਨੂੰ ਕਲੀਅਰ ਹੋ ਜਾਏਗਾ ਸਕੇਲਰ ਕੀ ਹੈ ਤੇ ਵੈਕਟਰ ਕੀ ਹੈ। ਠੀਕ ਹੈ, ਤਾਂ ਦੇਖੋ ਸਕੇਲਰ ਕੁਆਂਟੀਟੀਜ਼ ਕਿਹੜੀਆਂ ਹੁੰਦੀਆਂ ਨੇ? ਮਾਸ, ਸਪੀਡ, डिस्टेंस, एरिया, वॉल्यूम, टाइम, पावर, वर्क, टेंपरेचर। मीनिंगलेस है, हमें की है स्केलर की है? ਤਾਂ 2 ਚੀਜ਼ਾਂ ਨੇ। ਸਕੇਲਰ ਉਹਨੂੰ ਅਸੀਂ ਬੋਲਣਾ ਹੈ ਜਿੰਦੇ 'ਚ ਸਾਡੇ ਕੋਲ ਸਿਰਫ ਮੈਗਨੀਟਿਊਡ ਹੁੰਦਾ ਹੈ, ਡਾਇਰੈਕਸ਼ਨ ਨਹੀਂ ਹੁੰਦੀ। ਠੀਕ ਹੈ, ਡਾਇਰੈਕਸ਼ਨ ਨਹੀਂ ਹੁੰਦੀ। ਜਿਵੇਂ ਮੈਂ ਦੋਨਾਂ ਨੂੰ ਇਕੱਠਾ ਐਕਸਪਲੇਨ ਕਰਦਾ, ਸਕੇਲਰ ਐਂਡ ਵੈਕਟਰ। ਸਕੇਲਰ ਐਂਡ ਵੈਕਟਰ ਦਾ ਕੀ ਮਤਲਬ ਹੈ? ਦੇਖੋ, ਮੈਂ ਕਿਹਾ ਵੀ ਮੈਂ ਦੱਸਣਾ ਹੈ, ਮੈਂ ਬਾਹਰ ਸੀ ਕਿਤੇ, ਮੈਂ ਉਹਦੇ ਘਰ ਫੋਨ ਕੀਤਾ, ਮੈਂ ਕਿਹਾ ਹੈਲੋ, ਮੈਂ ਨਾ ਆਪਣੇ ਘਰ ਤੋਂ ਸਿਰਫ 5 ਕਿਲੋਮੀਟਰ ਦੂਰ ਹੈਗਾ ਤੇ ਮੈਂ ਪਹੁੰਚ ਰਿਹਾ। ਠੀਕ ਹੈ, ਮੈਂ ਕੀ ਕਿਹਾ? ਮੈਂ ਆਪਣੇ ਘਰ ਤੋਂ 5 ਕਿਲੋਮੀਟਰ ਦੂਰ ਆ, ਮੈਂ ਆ ਰਿਹਾ। ਇਹਦਾ ਮਤਲਬ ਇਹ ਤਾਂ ਨਹੀਂ ਨਾ, ਮੇਰੇ ਘਰਦਿਆਂ ਨੂੰ ਪਤਾ ਤਾਂ ਨਹੀਂ ਲੱਗਿਆ ਨਾ ਮੈਂ ਕਿੱਥੇ ਹੈਗਾ। ਉਹਨਾਂ ਨੂੰ ਸਿਰਫ ਇੰਨਾ ਪਤਾ ਲੱਗਿਆ ਕਿ 5 ਕਿਲੋਮੀਟਰ ਦੂਰ ਆ, ਮਤਲਬ ਉਹਨਾਂ ਨੂੰ ਇੱਕ ਮੈਗਨੀਟਿਊਡ ਪਤਾ ਲੱਗ ਗਿਆ ਵੀ ਇਹ ਘਰ ਤੋਂ 5 ਕਿਲੋਮੀਟਰ ਦੂਰ ਹੈ। ਠੀਕ ਹੈ, ਅਗਰ ਦੇਖੋ, ਮੈਂ ਹੁਣ ਘਰਦਿਆਂ ਨੂੰ ਇਹ ਨਹੀਂ ਪਤਾ ਮੈਂ ਕਿੱਥੇ ਹੈਗਾ। ਅਗਰ ਮੈਂ ਘਰਦਿਆਂ ਨੂੰ ਇਹ ਕਹਾਂ ਕਿ ਹਾਂਜੀ ਮੈਂ ਨਾ ਜਲਾਲਾਬਾਦ ਤੋਂ 5 ਕਿਲੋਮੀਟਰ ਦੂਰ ਆ, ਮੁਕਤਸਰ ਵਾਲੀ ਸਾਈਡ, ਸ਼੍ਰੀ ਮੁਕਤਸਰ ਸਾਹਿਬ ਵਾਲੀ ਸਾਈਡ ਤੇ ਮੈਂ 5 ਕਿਲੋਮੀਟਰ ਦੂਰ ਆ, ਤਾਂ ਇਹਦਾ ਮਤਲਬ ਕੀ ਹੋ ਗਿਆ? ਮੇਰੇ ਘਰਦਿਆਂ ਨੂੰ ਮੇਰੀ ਲੋਕੇਸ਼ਨ ਕਹਿ ਲੋ ਜਾਂ ਮੇਰਾ ਪਤਾ ਲੱਗ ਗਿਆ ਕਿ ਮੈਂ ਕਿਹੜੀ ਡਾਇਰੈਕਸ਼ਨ ਵਿੱਚ 5 ਕਿਲੋਮੀਟਰ ਦੂਰ ਆ। ਤਾਂ ਜਦੋਂ ਮੈਂ ਨਾਲ ਡਾਇਰੈਕਸ਼ਨ ਦੱਸਤੀ, ਉਹ ਸਾਡੇ ਕੋਲ ਕੀ ਹੋ ਗਈ? ਵੈਕਟਰ ਕੁਆਂਟੀਟੀ। ਤੇ ਜਦੋਂ ਮੈਂ ਡਾਇਰੈਕਸ਼ਨ ਨਹੀਂ ਦੱਸੀ, ਸਿਰਫ ਕੀ ਕਿਹਾ ਸੀ ਮੈਂ 5 ਕਿਲੋਮੀਟਰ ਦੂਰ ਆ, ਤੇ ਉਹ ਕੀ? ਇੱਕ ਸਕੇਲਰ ਕੁਆਂਟੀਟੀ ਹੈ। ਠੀਕ ਹੈ, ਜਿੰਦੇ ਵਿੱਚ ਸਾਡੇ ਕੋਲ ਨਾਲ ਡਾਇਰੈਕਸ਼ਨ ਵੀ ਆ ਜੇ, ਉਹ ਵੈਕਟਰ ਕੁਆਂਟੀਟੀ, ਤੇ ਜਿੰਦੇ ਚ ਓਨਲੀ ਮੈਗਨੀਟਿਊਡ ਹੋਵੇ, ਉਹ ਸਾਡੇ ਕੋਲ ਸਕੇਲਰ ਕੁਆਂਟੀਟੀ ਹੈ। ਠੀਕ ਹੈ, ਇੱਥੇ ਵੇਖੋ, ਹੁਣ ਆਓ ਹੁਣ ਪੜ੍ਹਦੇ ਆਪਾਂ। ਤਾਂ ਕਹਿੰਦੇ ਮਾਸ, ਮਾਸ ਕੀ ਹੈ? ਸਾਨੂੰ ਪਤਾ ਹੁੰਦਾ ਹੈ 10 20 40, ਇਹ ਕੀ ਹੈ? ਮਾਸ ਹੈ। ਤਾਂ ਮਾਸ ਕੀ ਹੁੰਦਾ? ਸਾਡੇ ਕੋਲ ਇੱਕ ਸਕੇਲਰ ਕੁਆਂਟੀਟੀ ਹੈ। ਸਪੀਡ, ਆਪਾਂ ਕਹਿੰਦੇ ਆ ਮੈਂ 40 ਦੀ ਸਪੀਡ ਤੇ ਬਾਈਕ ਚਲਾਈ, ਐਵੇਂ ਤਾਂ ਨਹੀਂ ਦੱਸਣਾ ਪੈਂਦਾ ਮੈਂ 40 ਦੀ ਸਪੀਡ ਤੇ ਇੱਧਰ ਨੂੰ ਬਾਈਕ ਚਲਾਈ ਜਾਂ ਉੱਧਰ ਨੂੰ, ਐਵੇਂ ਤਾਂ ਨਹੀਂ ਦੱਸਦੇ। ਅਸੀਂ ਸਿਰਫ ਕਹਿੰਦੇ ਆ 40 ਦੀ ਸਪੀਡ ਤੇ ਬਾਈਕ ਚਲਾਈ, ਤਾਂ ਉਹ ਕੀ ਹੈ? ਇੱਕ ਸਿਰਫ ਮੈਗਨੀਟਿਊਡ ਹੈ, ਤਾਂ ਮਤਲਬ ਉਹ ਕੀ ਹੈ? ਸਾਡੇ ਕੋਲ ਸਕੇਲਰ ਕੁਆਂਟੀਟੀ ਹੈ। ਨੈਕਸਟ, ਡਿਸਟੈਂਸ, ਮੈਂ 40 ਕਿਲੋਮੀਟਰ, ਮੈਂ 50 ਕਿਲੋਮੀਟਰ ਅੱਜ ਕਵਰ ਕੀਤਾ, ਐਵੇਂ ਤਾਂ ਨਹੀਂ ਦੱਸਦੇ ਵੀ ਹਾਂਜੀ ਮੈਂ ਇੱਧਰ ਨੂੰ ਕਵਰ ਕੀਤਾ, ਮੈਂ 50 ਕਿਲੋਮੀਟਰ ਅੱਜ ਕਵਰ ਕੀਤਾ। ਤਾਂ ਡਿਸਟੈਂਸ ਵੀ ਕੀ ਹੈ? ਇੱਕ ਸਾਡੇ ਕੋਲ ਸਕੇਲਰ ਕੁਆਂਟੀਟੀ ਹੈ। ਸਿਮਿਲਰਲੀ ਏਰੀਆ, ਵੋਲਿਊਮ, ਟਾਈਮ, ਪਾਵਰ, वर्क एंड टेंपरेचर, एक ही ने साडे कोल स्केलर क्वांटिटीज। नेक्स्ट आ गया वेक्टर क्वांटिटीज। कहंदे a vector is a physical quantity which has magnitude as well as direction। ਆਪਾਂ ਹੁਣੇ ਗੱਲ ਕੀਤੀ ਹੈ ਕਿ ਜਿੰਦੇ ਵਿੱਚ ਕੀ ਹੋਏ, ਮੈਗਨੀਟਿਊਡ ਵੀ ਹੋਏ ਔਰ ਡਾਇਰੈਕਸ਼ਨ ਵੀ ਹੋਵੇ। ਤਾਂ ਮੈਂ ਵੈਕਟਰ ਕੁਆਂਟੀਟੀ ਚ ਕੀ ਕਹਿ ਸਕਦਾ? ਮੈਗਨੀਟਿਊਡ ਪਲੱਸ ਡਾਇਰੈਕਸ਼ਨ। ਜਿੰਦੇ ਵਿੱਚ ਇਹ ਦੋਨੋਂ ਚੀਜ਼ਾਂ ਹੋਣ, ਉਹ ਫਿਰ ਕਿਹੜੀ ਕੁਆਂਟੀਟੀ ਹੈ? वेक्टर क्वांटिटी है। अगर ओनली मैग्नीट्यूड है तो फिर वो साडे कोल की है? स्केलर क्वांटिटी है। ठीक है, तो नेक्स्ट
ਵੈਕਟਰ ਕੁਆਂਟੀਟੀਜ਼ ਕਿਹੜੀਆਂ ਨੇ, ਕੁਝ ਐਗਜ਼ਾਮਪਲਸ ਜਿਵੇਂ ਡਿਸਪਲੇਸਮੈਂਟ, ਵੈਲੋਸਿਟੀ, ਫੋਰਸ, एक्सीलरेशन, मूवमेंट ऑफ फोर्स अबाउट अ पॉइंट कि एक पॉइंट दे अबाउट किधर नु मूवमेंट हो रही है तो वो भी साडे कोल की है दसना पैंदा कि इधर नु मूवमेंट हो रही है तो की है कि साडे कोल वेक्टर क्वांटिटी है। फोर्स भी है कि ਅਸੀਂ किस डायरेक्शन च फोर्स लगा रहे हैं तो ये सारा कुछ की है ये वेक्टर क्वांटिटीज ने कह लो जिंदे ते सानू डायरेक्शन दसन दी लोड़ पए वो साडे कोल वेक्टर क्वांटिटी है। ठीक है ਤਾਂ ਹੋਰ ਕੀ ਹੈ देखो वेक्टर किनु बोलते हैं, वेक्टर की है वेक्टर a directed line segment is called a vector। ਕਹਿੰਦੇ ਇੱਕ ਐਵੇਂ ਦਾ ਲਾਈਨ ਸੈਗਮੈਂਟ ਜਿੰਦੀ ਡਾਇਰੈਕਸ਼ਨ ਹੋਵੇ ਉਹਨੂੰ ਅਸੀਂ ਕੀ ਬੋਲਦੇ ਹਾਂ, ਅਸੀਂ ਉਹਨੂੰ ਵੈਕਟਰ ਬੋਲਦੇ ਹਾਂ। a directed line segment is called a vector। next a vector from the point A to the point B is denoted by AB। ਕਹਿੰਦੇ ਸਾਡੇ ਕੋਲ ਇੱਕ ਵੈਕਟਰ ਹੈ, ਉਹ ਵੇਖੋ ਆ ਹੈਗਾ ਇੱਕ A ਤੋਂ ਸਟਾਰਟ ਹੋਇਆ ਕਿੱਥੇ ਤੱਕ ਗਿਆ B ਤੱਕ, A ਤੋਂ B ਆ ਨਾਲ ਅਸੀਂ डायरेक्शन बनाती A तो B। ठीक है ये AB की एक लाइन सेगमेंट है, सानू पता है डायरेक्शन किधर नु है A to B ਤੇ ਇਹ ਸਾਡੇ ਕੋਲ ਕੀ ਇੱਕ ਵੈਕਟਰ ਹੈ AB ਵੈਕਟਰ ਤੇ ਜਿਹੜਾ A ਪੁਆਇੰਟ ਇਹਨੂੰ ਅਸੀਂ ਇਨੀਸ਼ੀਅਲ ਪੁਆਇੰਟ ਬੋਲਦੇ ਹਾਂ ਔਰ ਜਿਹੜਾ B ਹੈ ਉਹਨੂੰ ਅਸੀਂ ਟਰਮੀਨਲ ਪੁਆਇੰਟ ਬੋਲਦੇ ਹਾਂ। ਠੀਕ ਹੈ ਤੇ AB ਕੀ ਹੈ, AB ਲਾਈਨ ਆਫ ਐਕਸ਼ਨ। ਠੀਕ ਹੈ AB ਲਾਈਨ ਆਫ ਐਕਸ਼ਨ ਤੇ ਅਸੀਂ ਇਹਨੂੰ ਕਿਵੇਂ ਡਿਨੋਟ ਕਰਦੇ ਹਾਂ AB ਵੈਕਟਰ ਨੂੰ, ਅਸੀਂ AB ਵੈਕਟਰ ਨੂੰ AB ਇਹਦਾ ਮਤਲਬ डायरेक्शन, ਇਹਦਾ ਮਤਲਬ डायरेक्शन मतलब वेक्टर क्वांटिटी है। देखो हुण ਅਸੀਂ ਇਹਨੂੰ ਲਿਖ ਸਕਦੇ ਆ ਇਹ AB ਵੈਕਟਰ ਹੈ, ਮੰਨ ਲਓ ਇਹਨੂੰ ਮੈਂ ਕੀ ਲਿਖਣਾ ਹੈ, ਇਨਦੀ डायरेक्शन उल्ट करनी है, मैं ਇਹਨੂੰ ਲਿਖਣਾ ਚਾਹਨਾ BA ਵੈਕਟਰ। अगर तो ये लाइन सेगमेंट ਆਪਾਂ ਕੀ ਦੇਖਦੇ ਆ, अगर मैं एक सिंपल लाइन लगाती मैं बोला AB लाइन 5 सेंटीमीटर है ਜਾਂ BA बोला तो भी 5 सेंटीमीटर होनी सेम बट ये की है वेक्टर दी गल है। मैं ए बी वेक्टर लिखा है, अगर मैं इनू बी ए लिखना है मतलब डायरेक्शन चेंज करनी है तो सानू नाल की लगाना पैना है, माइनस लगाना पैना, नाल की लगाना पैना माइनस। ਅਸੀਂ लिख लो माइनस बी ए और ए बी बोथ आर सेम थिंग। ठीक है ये दोवें सेम ने। ठीक है ਤਾਂ ए बी की है साडा लाइन ऑफ एक्शन क्योंकि ਅਸੀਂ ए बी वेक्टर डिनोट किया। ਤਾਂ ਦੇਖੋ ਆਪਾਂ ਵੈਕਟਰ ਕਿਵੇਂ ਲਿਖਣਾ ਹੁੰਦਾ ਹੈ, ਜਿਹੜੇ ਵੈਕਟਰ ਤੇ ਆਪਾਂ ਕੰਮ ਕਰਨਾ ਹੈ। ਠੀਕ ਹੈ ਆਪਾਂ ਮੇਨ ਉਹੀ ਟੌਪਿਕ ਤੇ ਆਉਂਦੇ ਆ ਜੋ ਆਪਾਂ ਕੰਮ ਕਰਨਾ ਹੈ। ਤਾਂ ਦੇਖੋ ਵੈਕਟਰ ਕਿਵੇਂ ਆਪਾਂ ਲਿਖਦੇ ਆ, ਆਪਾਂ ਹੁਣੇ AB ਵੈਕਟਰ ਦੀ ਗੱਲ ਕੀਤੀ ਹੈ। ਸਪੋਜ਼ ਆਪਣੇ ਕੋਲ ਦੋ ਪੁਆਇੰਟ ਦਿੱਤੇ ਹੋਏ ਨੇ A 1 2 3 B 4 7 8 ਤੇ ਅਸੀਂ ਕੀ ਬਣਾਉਣਾ ਹੈ, ਇਹਦੇ ਤੋਂ AB ਵੈਕਟਰ ਬਣਾਉਣਾ ਹੈ। ਠੀਕ ਹੈ ਇਹਦੇ ਤੋਂ ਕੀ ਬਣਾਉਣਾ ਹੈ, AB ਵੈਕਟਰ ਬਣਾਉਣਾ ਹੈ। ਤਾਂ AB ਵੈਕਟਰ ਕਿਵੇਂ ਬਣੇਗਾ, AB ਵੈਕਟਰ ਵੈਸੇ ਐਵੇਂ ਹੁੰਦਾ ਹੈ ਪੋਜੀਸ਼ਨ ਵੈਕਟਰ ਆਫ B ਮਾਈਨਸ ਪੋਜੀਸ਼ਨ ਵੈਕਟਰ ਆਫ A। ਪੋਜੀਸ਼ਨ ਵੈਕਟਰ ਕੀ ਹੁੰਦਾ ਹੈ, ਪੋਜੀਸ਼ਨ ਵੈਕਟਰ ਆਫ B ਮਾਈਨਸ ਪੋਜੀਸ਼ਨ ਵੈਕਟਰ ਆਫ A। ਵੈਸੇ ਨਾ ਪੋਜੀਸ਼ਨ ਵੈਕਟਰ ਸਭ ਤੋਂ ਪਹਿਲਾਂ ਕੀ ਹੁੰਦਾ ਹੈ, ਕਹਿੰਦੇ ਸਾਡੇ ਕੋਲ ਇੱਕ ਪੁਆਇੰਟ ਹੈਗਾ A 1 2 3 ਤਾਂ ਜਦੋਂ ਅਸੀਂ ਕਿਸੇ ਵੀ ਵੈਕਟਰ ਦਾ ਆ ਇੱਕ ਪੁਆਇੰਟ ਹੈ, ਇਹ ਕੀ ਹੈ, ਇਹ 3 ਡਾਈਮੈਂਸ਼ਨਲ 3D ਚ ਇੱਕ ਪੁਆਇੰਟ ਹੈਗਾ, ਇਹ ਕੀ ਹੈ ਸਪੇਸ ਚ ਇੱਕ ਪੁਆਇੰਟ ਹੈਗਾ। ਅਸੀਂ ਇਹਦੇ ਤੋਂ ਵੈਕਟਰ ਕਿਵੇਂ ਬਣਾਵਾਂਗੇ, ਅਸੀਂ ਜਿਹੜਾ ਬਣਾਵਾਂਗੇ ਨਾ ਉਹ A ਵੈਕਟਰ, ਮੰਨ ਲਓ ਇੱਥੇ ਕੋਈ ਪੁਆਇੰਟ ਹੈਗਾ 1 2 3 ਆ A ਹੈ। ਠੀਕ ਹੈ 1 2 3 ਪੁਆਇੰਟ ਹੈ, ਜਦੋਂ ਅਸੀਂ ਇਹਦਾ ओरिजिन ਨਾਲ ਵੇਖਾਂਗੇ। ठीक है अपने कोल ओरिजिन नाल जदों ओ ए वेक्टर बनावांगा ना, जेड़ा वेक्टर ओरिजिन पहला आपां ये देखदे कि वेक्टर बनदा किवें है। इधर देखो आ एक ए पॉइंट है x1 y1 z1, आ बी पॉइंट है x2 y2 z2। ठीक है तो वेक्टर किवें बनदा है, वो कहंदे ए बी वेक्टर बनाना है ना, तुसी की करो x2 x1 i कैप, y2 y1 j कैप, z2 z1 k कैप। ठीक है हुण ये की आ गया i j k की ने, असी 3D च जदों काम करदे हां आ x एक्सिस है, आ अपनी y एक्सिस है और आ की है z एक्सिस, आ ओरिजिन है। ते सानू पता है i j k की ने एक डायरेक्शन कह लो, इन्हां नू कह सकदे हां यूनिट वेक्टर हुंदे ने, डायरेक्शंस हुंदियां ने, ये किधर नू काम करदियां ने x एक्सिस वाली साइड ते असी केड़ा काम करदा है वेक्टर या डायरेक्शन i कैप, और y वाली साइड ते j और z वाली साइड ते k कैप। ठीक है ये यूनिट वेक्टर ने। अगर असी कोई x एक्सिस वाला पॉइंट या x वाला सेगमेंट असी डिनोट करना है तो उनदे नाल असी डायरेक्शन i कैप लगांदे हां, और जदों y वाला उनदे नाल j एंड z वाले नाल k। ठीक है तां साडे कोल
ਇਹ ਕੀ ਹੈ, ਕੋਈ ਵੀ ਦੋ ਪੁਆਇੰਟ ਤੋਂ ਅਸੀਂ a b ਵੈਕਟਰ ਬਣਾਉਣਾ, ਉਹ ਕਿਵੇਂ, x2 x1i y2 y1j z2 z1k, ਇਹ ਸਾਡੇ ਕੋਲ a b ਵੈਕਟਰ ਬਣ ਗਿਆ। ਠੀਕ ਹੈ, ਇਹ ਜਸਟ ਇੱਕ ਮੈਂ ਤੁਹਾਨੂੰ ਸਿੰਪਲ ਵੇ ਦੱਸਦਾ, ਦੋ ਪੁਆਇੰਟ ਦਿੱਤੇ ਹੁਣ ਅਸੀਂ ਵੈਕਟਰ ਕਿਵੇਂ ਬਣਾਉਣਾ ਹੈ। ਐਕਚੁਅਲ 'ਚ ਕਿਵੇਂ ਬਣਿਆ ਇਹ ਉਹ ਵੇਖੋ ਕਿਵੇਂ ਬਣਿਆ। ਇਹ ਐਵੇਂ ਨਹੀਂ ਬਣਦਾ, ਇਹਨੂੰ ਅਸਲ 'ਚ ਅਸੀਂ ਐਵੇਂ ਕੀਤਾ, ਪੋਜੀਸ਼ਨ ਵੈਕਟਰ ਆਫ b ਮਾਈਨਸ ਪੋਜੀਸ਼ਨ ਵੈਕਟਰ ਆਫ a। ਰਿਐਲਿਟੀ ਆ ਹੈ ਕਿ a b ਵੈਕਟਰ ਬਣਦਾ ਕਿਵੇਂ ਹੈ। ਠੀਕ ਹੈ, ਹੁਣ ਵੇਖੋ ਪੋਜੀਸ਼ਨ ਵੈਕਟਰ ਕੀ ਹੁੰਦਾ ਹੈ, ਮੈਂ ਇੱਥੇ ਲਿਖਿਆ ਪੋਜੀਸ਼ਨ ਵੈਕਟਰ ਦੈਟ ਇਜ਼ ਪਾ ਕੇ ਇਹ ਹੀ ਹੈ। ਠੀਕ ਹੈ, ਤਾਂ ਪੋਜੀਸ਼ਨ ਵੈਕਟਰ ਕੀ ਹੁੰਦਾ ਹੈ, ਕਹਿੰਦੇ ਜਦੋਂ ਵੀ ਅਸੀਂ ਕਿਸੇ ਵੈਕਟਰ ਨੂੰ ਇੱਕ ਪੁਆਇੰਟ ਦਿੱਤਾ ਇਹ ਵੀ, ਜਦੋਂ ਵੀ ਅਸੀਂ ਕਿਸੇ ਵੈਕਟਰ ਦਾ ओरिजिनल ਵੈਕਟਰ ਬਣਾਉਣੇ ਆ, ਜਦੋਂ ਅਸੀਂ ਇੱਕ ਪੁਆਇੰਟ ਦਾ ओरिजिनल ਵੈਕਟਰ ਬਣਾਉਣੇ ਆ, ਉਹਨੂੰ ਅਸੀਂ ਪੋਜੀਸ਼ਨ ਵੈਕਟਰ ਬੋਲਦੇ ਆ। ਜਿਵੇਂ ਦੇਖੋ OA ਕੀ ਬਣੇਗਾ ਫਿਰ 1 0i 2 0j 3 0k, ਇਨਦਾ ਮਤਲਬ ਕੀ ਆ ਗਿਆ i 2j 3k। ਇਹ ਵਾਲਾ ਕੁਝ ਨਹੀਂ, ਸਿੱਧਾ ਹੀ ਇਹਦੇ ਨਾਲ i j k ਲਗਾ ਦੋ, ਕੀ ਬਣ ਜਾਂਦਾ ਹੈ, ਪੋਜੀਸ਼ਨ ਵੈਕਟਰ ਬਣ ਜਾਂਦਾ ਹੈ। ਠੀਕ ਹੈ, ਤਾਂ ਜਸਟ ਤੁਹਾਨੂੰ ਕਲੀਅਰ ਕਰਨ ਵਾਸਤੇ ਦੱਸਿਆ ਪੋਜੀਸ਼ਨ ਵੈਕਟਰ ਹੁੰਦਾ ਕੀ ਹੈ। ਠੀਕ ਹੈ, ਤਾਂ ਇਹ ਸਾਡੇ ਕੋਲ, ਤਾਂ ਇੱਥੇ ਅਸੀਂ ਲਿਖਣਾ ਹੁੰਦਾ ਪੋਜੀਸ਼ਨ ਵੈਕਟਰ ਆਫ b। ਇਹ ਤਾਂ ਬੱਚਿਆਂ ਵਾਲਾ ਕੰਮ, ਅਸੀਂ ਉੱਥੇ ਇਹ ਕੰਮ ਥੋੜਾ ਕਰਨੇ ਨੇ, ਅਸੀਂ ਤਾਂ ਨੰਬਰ ਲੈਣਾ ਹੈ। ਠੀਕ ਹੈ, ਤਾਂ ਅਸੀਂ ਕੀ ਕਰਾਂਗੇ, ਦੇਖੋ ਅਸੀਂ ਇਹਦੇ ਵਿੱਚ OB OA ਕਰਨ ਦੀ ਜ਼ਰੂਰਤ ਨਹੀਂ। ਅਗਰ OB OA ਕਰਨਾ ਤਾਂ ਕੀ ਕਰਾਂਗੇ, ਇੱਥੇ ਪਹਿਲਾਂ 4i 7j 8k i 2j 3k, ਤਾਂ ਇੱਥੋਂ ਫਿਰ ਉਹੀਓ 3i ਆ 7 ਹੈ, ਇੱਥੇ 5j ਰਹਿ ਜਾਏਗਾ ਔਰ ਇੱਥੇ 5k ਰਹਿ ਜਾਏਗਾ। ਤਾਂ ਦੇਖੋ ਇਹ ਬਣਿਆ, ਸਾਨੂੰ ਇੰਨਾ ਕੰਮ ਕਰਨ ਦੀ ਜ਼ਰੂਰਤ ਨਹੀਂ, ਇਹ ਤਾਂ ਬਣ ਗਿਆ। ਅਸੀਂ ਪੇਪਰ 'ਚ ਡਾਇਰੈਕਟ ਕਿਵੇਂ ਕਰਨਾ ਹੈ, ਅਸੀਂ ਪੇਪਰ 'ਚ ਡਾਇਰੈਕਟ ਐਵੇਂ ਕਰਨਾ ਹੈ ਕਿ ਸਾਡੇ ਕੋਲ 4 1i 7 2j 8 3k, ਤਾਂ ਕਿੰਨਾ ਆ ਗਿਆ 3i 5j 5k। ਇਹ ਸਾਡੇ ਕੋਲ ਕੀ ਆ ਗਿਆ, ਤਾਂ ਦੇਖੋ ਆਪਾਂ ਡਾਇਰੈਕਟ ਹੀ ਨਿਕਾਲਾਂਗੇ 4 1i 7 2j 8 3k 3i 5j 5k ਸਾਡੇ ਕੋਲ ਡਾਇਰੈਕਟ ਬਣ ਗਿਆ, ਸਾਨੂੰ ਉਹ ਕਰਨ ਦੀ ਜ਼ਰੂਰਤ ਨਹੀਂ ਹੈਗੀ। ਠੀਕ ਹੈ, ਇਹਦੇ ਤੋਂ ਇਲਾਵਾ ਅਗਰ ਆਪਾਂ ਜਨਰਲ ਇੱਕ ਵੈਕਟਰ ਲਿਖਣਾ ਹੋਵੇ ਤਾਂ ਉਹ ਐਵੇਂ ਲਿਖਦੇ ਆ xi yj zk। ਠੀਕ ਹੈ, ਇਹ ਸਾਡੇ ਕੋਲ ਕੀ ਇੱਕ ਵੈਕਟਰ ਹੈ। ਤਾਂ ਅਗਰ ਅਸੀਂ ਵੈਕਟਰ ਦਾ ਕੀ ਨਿਕਾਲਣਾ ਹੋਏ, ਮੈਗਨੀਟਿਊਡ, ਤਾਂ ਮੈਗਨੀਟਿਊਡ ਨੂੰ ਅਸੀਂ ਐਵੇਂ ਵੀ ਲਿਖਦੇ ਹਾਂ ਔਰ ਓਨਲੀ r ਨਾਲ ਵੀ ਡਿਨੋਟ ਕਰਦੇ ਹਾਂ। ਠੀਕ ਹੈ, ਉਹ ਸਾਡੇ ਕੋਲ ਕੀ ਆ ਜਾਂਦਾ ਹੈ, i j k ਦੇ ਜਿਹੜੇ ਨਾਲ ਇਹ ਮਲਟੀਪਲਾਇਰ ਹੈਗੇ ਨੇ, ਇਹਨਾਂ ਨਾਲ ਕੀ ਕਰ ਦੋ, ਪਹਿਲਾਂ x ਸਕੁਅਰ y ਸਕੁਅਰ ਔਰ z ਸਕੁਅਰ, ਇਹ ਕੀ ਆ ਜਾਏਗਾ ਸਾਡੇ ਕੋਲ, ਇਹ ਵੈਕਟਰ ਦਾ ਮੈਗਨੀਟਿਊਡ। ਠੀਕ ਹੈ, ਇਹ ਕੀ ਆ ਜਾਏਗਾ, ਵੈਕਟਰ ਦਾ ਮੈਗਨੀਟਿਊਡ। ਸਾਨੂੰ ਦੋ ਕੁ ਗੱਲਾਂ ਚਾਹੀਦੀਆਂ ਸੀ, ਅਸੀਂ ਕਰ ਲੀਆਂ। ਆ ਇੱਕ ਵੈਕਟਰ ਹੁੰਦਾ ਹੈ, ਆ ਵੈਕਟਰ ਦਾ ਕੀ ਹੁੰਦਾ ਹੈ, ਮੈਗਨੀਟਿਊਡ। ਅਸੀਂ